ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਹਰ ਆਪੇ ਬੋਲੈ ਆਪ ਬੁਲਾਵੈ, ਹਰ ਆਪੇ ਜਲ ਥਲ ਰਵ ਰਹੀਐ। ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਹਰ ਆਪੇ ਬੋਲੈ ਆਪ ਬੁਲਾਵੈ, ਹਰ ਆਪੇ ਜਲ ਥਲ ਰਵ ਰਹੀਐ। ਹਰ ਆਪੇ ਮਾਰੈ, ਹਰ ਆਪੇ ਛੋਡੈ, ਮਨ ਹਰ ਸ਼ਰਣੀ ਪੜ ਰਹੀਐ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰ ਲਹੀਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰ ਲਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਧਾਨ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਤੇ ਤਰਾਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਅੰਮ੍ਰਿਤ ਉਪਦੇਸ਼ ਪ੍ਰਾਪਤ ਹੋਇਆ। ਅਸੀਂ ਇੱਥੇ ਠਹਿਰ ਜਾਈਏ,
गुरपूरै चरणी लाया, हर संग सहाई पाया। हालांकि इत्थे ठहरना कठिन है। ਜਦੋਂ ਸੰਸਾਰ ਦੇ ਪਦਾਰਥਵਾਦ ਦੇ ਜਿਹਨੂੰ ਆਪਾਂ ਕਿ ਲਹਿਰਾਂ ਉੱਠਦੀਆਂ ਨੇ, ਲੋੜਾਂ ਪੈਂਦੀਆਂ ਨੇ, ਲੋੜਾਂ ਸਾਡੀਆਂ ਲਹਿਰਾਂ ਆਉਂਦੀਆਂ ਨੇ। ਜਿਵੇਂ ਸਾਗਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਪਰ ਹਰ ਲਹਿਰ ਸਮੇਂ ਦੇ ਨਾਲ ਕਿਨਾਰੇ ਨੂੰ ਟਕਰਾ ਕੇ ਆਪੇ ਮੁੱਕ ਜਾਂਦੀ ਹੈ। ਇਵੇਂ ਸਾਡੇ ਘਰ ਪਰਿਵਾਰ ਸੰਸਾਰ ਵਿੱਚ ਲੋੜਾਂ ਉੱਠਦੀਆਂ ਨੇ, ਪਰ ਵੇਖਿਆ ਹੋਣਾ ਕੁਝ ਸਮੇਂ ਬਾਅਦ ਉਹ ਲੋੜ ਆਪਣੇ ਆਪ ਪੂਰੀ ਹੋ ਜਾਂਦੀ ਹੈ, ਜਾਂ ਫਿੱਕੀ ਪੈ ਜਾਂਦੀ ਹੈ, ਜਾਂ ਉਹਦੀ ਫ੍ਰੀਕੁਐਂਸੀ ਘਟ ਜਾਂਦੀ ਹੈ। ਅਸੀਂ ਕਹਿੰਦੇ ਚੱਲ ਕੋਈ ਨਹੀਂ, ਫਿਰ ਸਹੀ। ਇੰਨੇ ਚਿਰ ਨੂੰ ਦੂਜੀ ਆ ਜਾਂਦੀ ਹੈ, ਕੋਈ ਹੋਰ ਲੋੜ ਕਿਸੇ ਹੋਰ ਰੂਪ ਦੇ ਵਿੱਚ। ਚੱਲਦਾ ਰਹਿੰਦਾ ਸਿਲਸਿਲਾ, ਪਤਾ ਕਦੋਂ ਤੱਕ? ਜਦ ਤੱਕ ਸਮੁੰਦਰ ਜੰਮ ਨਹੀਂ ਜਾਂਦਾ। ਜਦ ਤੱਕ ਪਾਣੀ ਜੰਮਦਾ ਨਹੀਂ ਹੈ, ਤਦ ਤੱਕ ਪਾਣੀ 'ਚ ਲਹਿਰਾਂ ਨਿਰੰਤਰ ਨੇ। ਸਮੁੰਦਰ ਦੇ ਜੰਮਣ ਦੀ ਅਸੀਂ ਆਸ ਲਾਈਏ ਤੇ ਫਿਰ ਹਰ ਚੰਦੌਰੀ ਹੈ ਨਾ, ਇਹ ਤੇ ਹੋਣਾ ਨਹੀਂ। ਪਹਾੜਾਂ ਦੇ ਉੱਤੇ ਕਦੇ ਕਦੇ ਕੋਈ ਝੀਲਾਂ ਹੁੰਦੀਆਂ ਜੋ ਜੰਮ ਜਾਂਦੀਆਂ ਨੇ, ਕੋਈ ਦਰਿਆ ਵੀ ਦੇਖੇ ਜੰਮੇ ਹੋਏ। ਯੂਰਪ ਦੇ ਠੰਡੇ ਮੁਲਕਾਂ 'ਚ ਕਿਤੇ ਜਾਈਏ ਤੇ ਵੱਡੇ ਵੱਡੇ ਦਰਿਆ ਮੈਂ ਦੇਖੇ ਨੇ ਜੰਮੇ ਹੋਏ, ਬਿਲਕੁਲ ਲੋਕ ਉੱਤੇ ਖੇਡਦੇ ਨੇ। ਗਰਮੀਆਂ 'ਚ ਵੇਖੋ ਤਾਂ ਪਾਣੀ ਵਗਦਾ ਪਿਆ। ਇਹਦਾ ਭਾਵ ਹੈ ਕਿ ਇਹ ਸੰਭਵ ਹੈ। ਸਾਡੇ ਮਨਾਂ ਦੇ ਵਿੱਚ ਵੀ ਐਸੀਆਂ ਹਾਲਤਾਂ ਨੇ, ਲੋੜਾਂ ਤੇ ਰਹਿਣੀਆਂ ਨੇ। ਐਸਾ ਤਾਂ ਹੈ ਨਹੀਂ ਕਿ ਲੋੜ ਮੁੱਕ ਜਾਏ। ਔਰ ਕਦੇ ਵੀ ਧਰਮ ਦਰਸ਼ਨ 'ਚ ਜੇ ਕੋਈ ਇਹ ਕਹਿੰਦਾ ਨਾ ਤੇ ਫਿਰ ਝੂਠ ਹੈ ਭਾਈ। ਦੇਖੋ ਜੀ ਤੁਹਾਡੀਆਂ ਸਭ ਲੋੜਾਂ ਮੁੱਕ ਜਾਣਗੀਆਂ, ਨਹੀਂ। ਸਤਿਗੁਰੂ ਨਾਨਕ ਜੀ ਦੇ ਘਰ ਐਸੀਆਂ ਗੱਲਾਂ ਜੋ ਹਵਾਈ ਨੇ ਕੀਤੀਆਂ ਜਾਂਦੀਆਂ। ਗੁਰੂ ਨਾਨਕ ਸਾਹਿਬ ਦੇ ਘਰ ਗੱਲਾਂ ਉਹ ਨੇ ਜੋ ਯਥਾਰਥ ਨੇ, ਸਾਡੇ ਪਰਿਵਾਰਕ ਨੇ। ਅਤੇ ਪਰਿਵਾਰ ਦੇ ਵਿੱਚ ਲੋੜਾਂ ਤੇ ਰਹਿਣੀਆਂ ਨੇ, ਹਰ ਵਕਤ ਹਰ ਦਿਨ ਰੋਜ਼ ਦੀ ਲੋੜ ਹੈ। ਜਿਵੇਂ ਅਸੀਂ ਕਹਿੰਦੇ ਨਾ, ਜਿਉਣ ਦੀ ਲੋੜ, ਸਾਹ ਚਾਹੀਦਾ ਭਈ। ਇੱਕ ਸਾਹ ਖਰਚ ਹੁੰਦਿਆਂ ਦੂਜੇ ਸਾਹ ਦੀ ਲੋੜ ਹੈ। ਇਸੇ ਤਰ੍ਹਾਂ ਇੱਕ ਲੋੜ ਦੀ ਆਪੂਰਤੀ ਦੇ ਨਾਲ ਨਾ ਦੂਜੀ ਲੋੜ, ਕਦੇ ਬੱਚੇ ਦੀ ਫੀਸ ਆ ਗਈ, ਕਦੇ ਕੱਪੜੇ ਆ ਗਏ, ਕਦੇ ਸਰਦੀ, ਕਦੇ ਗਰਮੀ, ਕਦੇ ਖੁਸ਼ੀ, ਕਦੇ ਗਮੀ, ਕੁਛ ਨਾ ਕੁਛ ਤੇ ਰਹਿਣਾ। ਪਰ ਉਹਨਾਂ ਲੋੜਾਂ ਦੇ ਵਿੱਚ ਅਸੀਂ ਵੀ ਤੇ ਕਿਤੇ ਰਹਿਣਾ ਨਾ। ਲੋੜਾਂ ਵੀ ਪੂਰੀਆਂ ਹੋਣੀਆਂ ਨੇ। ਬਖਸ਼ੀ ਗੱਲ ਕੀ, ਅਸੀਂ ਵਿਚਲਿਤ ਹੋ ਜਾਂਦੇ ਹਾਂ, ਡੁੱਲ ਜਾਂਦੇ ਹਾਂ। ਸਾਡਾ ਮਾਨਸਿਕ ਬੈਲੈਂਸ, ਤਵਾਜ਼ਨ ਛਿੱਥਾ ਪੈ ਜਾਂਦਾ। ਅਸੀਂ ਆਪਣੇ ਘਰ ਪਰਿਵਾਰ 'ਚ ਵੇਖੀਏ, ਬਸ ਇਹੀ ਸਾਡਾ ਹੈ। ਅਸੀਂ ਆਪਣੇ ਪਰਿਵਾਰ 'ਚ ਵੇਖੀਏ, ਜਿਹੜੇ ਘਰ ਦੇ ਮੁਖੀ ਹੁੰਦੇ ਨੇ, ਜਦੋਂ ਲੋੜਾਂ ਹੁੰਦੀਆਂ ਨੇ, ਵੱਧਦੀਆਂ ਨੇ, ਤਾਂ ਉਹ ਛਿੱਥੇ ਪੈਣ ਲੱਗ ਪੈਂਦੇ ਨੇ, ਖਿਝਣ ਲੱਗ ਪੈਂਦੇ ਨੇ। ਅਕਸਰ ਘਰ ਦੇ ਵਿੱਚ ਧਨ ਦੀ ਕਮੀ ਹੋਵੇ ਅਤੇ ਲੋੜਾਂ ਤੇ ਰਹਿਣੀਆਂ ਨੇ, ਉਦੋਂ ਘਰ ਦੇ ਮੁਖੀਆਂ ਨੂੰ ਵੇਖਿਆ ਫਿਰ ਖਿੱਚ ਕੇ ਪੈਂਦੇ ਨੇ ਵੀ ਕੋਈ ਮੈਨੂੰ ਕੁਝ ਕਹੇ ਨਾ। ਨਹੀਂ, ਘਰ ਦੇ ਮੁਖੀ ਜਦੋਂ ਧਰਮ ਬਣਦਾ ਸਭ ਦੀ ਸੁਣੇ, ਕਿਉਂਕਿ ਕੋਈ ਵੀ ਉਹਨੂੰ ਨਾਜਾਇਜ਼ ਨਹੀਂ ਕਹਿ ਰਿਹਾ। ਜੇ ਬੱਚੇ ਫੀਸ ਮੰਗਦੇ ਨੇ ਤਾਂ ਜਾਇਜ਼ ਹੈ। ਜੇ ਘਰ ਦੇ ਬਾਕੀ ਜੀ ਕੁਝ ਲੋੜਾਂ ਦੱਸਦੇ ਨੇ ਤਾਂ ਜਾਇਜ਼ ਨੇ। ਸਹਿਜ ਨਾ ਸੁਣੇ ਸਭ ਦੀ, ਸੰਭਵਤਾ ਪੂਰੀਆਂ ਕਰੇ। ਔਰ ਇਹ ਹਰ ਵਿਅਕਤੀ ਦਾ ਆਪੋ ਆਪਣਾ ਵੀ ਕਿਵੇਂ ਭਾਈ ਪੂਰੀਆਂ ਹੋਣੀਆਂ ਨੇ। ਉਹਦੇ ਵਾਸਤੇ ਪੂਰਤੀ ਜਿਹਨੂੰ ਹੁੰਦੀ 'ਚ ਆਪੂਰਤੀ ਕਹਿੰਦੇ ਨੇ, ਕਿੱਥੋਂ ਹੋਣੀ ਹੈ? ਇਹ ਤਾਂ ਪਦਾਰਥਾਂ ਦੀ ਹੈ, ਪਦਾਰਥਾਂ 'ਚੋਂ ਹੀ ਹੋਣੀ ਹੈ। ਜਿਹੜਾ ਕੰਮ ਰੋਟੀ ਖਾ ਕੇ ਚੱਲਣਾ, ਰੋਟੀ ਖਾ ਕੇ ਹੀ ਚੱਲਣਾ ਹੈ। ਪਰ ਆਧਾਰ ਸਾਨੂੰ ਲੱਭਣਾ ਪੈਣਾ। ਕੇਂਦਰ ਗੁਰੂ ਸਾਹਿਬ ਜੀ ਕਿਰਪਾ ਕਰੋ, ਸਾਨੂੰ ਇੱਥੇ ਪਹੁੰਚਣਾ ਪੈਣਾ ਕਿ ਮਹਾਰਾਜ ਕਿਰਪਾ ਕਰੋ ਮੇਰੀਆਂ ਲੋੜਾਂ ਪੂਰੀਆਂ ਹੋਵਣ। ਆਧਾਰ ਕੇਂਦਰ ਅਸੀਂ ਗੁਰੂ ਪਾਤਸ਼ਾਹ ਬਣਾ ਲਈਏ। ਅਤੇ ਗੁਰੂ ਪਾਤਸ਼ਾਹ ਸਾਹਿਬ ਜੀ 'ਤੇ ਆਪਣੀ ਡੋਰੀਆਂ ਰੱਖਦੀ ਮਹਾਰਾਜ। ਇਹ ਘਰ ਪਰਿਵਾਰ ਸੰਸਾਰ ਸੀ। ਪੜ੍ਹਦੇ ਹੁੰਦੇ ਕਦੇ ਕਦੇ, ਆਪ ਵੀ ਪੜ੍ਹਦੇ ਹੋ, ਇੱਥੋਂ ਜ਼ਿਆਦਾ ਪੜ੍ਹਦੇ ਹੋ। ਪ੍ਰਭ ਡੋਰੀ ਹਾਥ ਤੁਮਹਾਰੇ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਇਹ ਮੇਰੇ ਪਰਿਵਾਰ ਦੀਆਂ ਡੋਰੀਆਂ ਤੁਹਾਡੇ 'ਤੇ ਨੇ, ਆਸਾਂ ਤੁਹਾਡੇ 'ਤੇ ਨੇ। ਤੁਸੀਂ ਬਿੱਦ ਬਣਾਓਗੇ, ਕੋਈ ਨਾ ਕਿਤੇ ਬਿੱਦ ਬਣ ਹੀ ਜਾਏਗੀ ਨਾ। ਬਸ ਉਹ ਬਿੱਦ ਦੀ ਇੰਤਜ਼ਾਰ ਹੁੰਦੀ, ਕਦੋਂ ਬਣੇਗੀ। ਕਈ ਵਾਰ ਹੁੰਦਾ ਸੀ ਸੋਚਦੇ ਹੁਣੇ ਬਣੇ, ਨਹੀਂ, ਹੋ ਸਕਦਾ ਸ਼ਾਮ ਤੱਕ ਬਣਨੀ ਹੋਵੇ, ਹੋ ਸਕਦਾ ਕੱਲ੍ਹ ਬਣਨੀ ਹੋਵੇ। ਆਪਣਾ ਯਤਨ ਨਿਰੰਤਰ ਜਾਰੀ ਰੱਖੀਏ ਅਤੇ ਵਿਸ਼ਵਾਸ ਵਿੱਚ ਰੱਖੀਏ ਗੁਰੂ ਸਾਹਿਬ ਨੇ ਕਿਰਪਾ। ਅੱਜ ਸਰ ਸਾਨੂੰ ਕਿਰਪਾ ਕਰਕੇ ਕਿਹਾ ਗੁਰਪੁਰਬ ਹੈ, ਚਰਣੀ ਲਾਣਾ, ਆਪਣੇ ਚਰਣੀ ਲਾ ਲਿਆ ਅਤੇ ਫਿਰ ਬਿਦਾ ਵੀ ਬਣਾਉਣਗੇ। ਸਗਲ ਵਿਧੀ ਜਦੋਂ ਆਹਰ ਕਰਿਆ ਵੀ ਕਰਦੇ ਹਾਂ, ਤੂੰ ਕਰਨ ਸਮਰੱਥ ਹੈ,
ये पढ़ते भी हैं। तिन ही सुनिया दुख सुख मेरा ताओ विद नीकी खटानी, कोई ना कोई खटानी विद बनेगी। सानू इत्थे अपने विश्वास में टिका लेना है। बस यही गल्लां, जितना गहरा विश्वास टिक जाएगा फिर शुकराने का भाव अपने आप अंदरों निकलना शुरू हो जाएगा। तो जे साडा विश्वास इत्थे ना टिके तो फिर उलामे तो है ही ने, संसार तो उलामे ना भरिया ही है। पर सानू कहंदे नहीं नहीं, असीं कदे भी करता पुरख वाहिगुरू जी दे नाल उलामे दे स्वरूप च गल नहीं करनी। असां तो इत्थों तक अपने आप ਨੂੰ टिकल कि असीं परिवार दे विच भी कदे उलामा ना दईए। ठीक है भाई, तुहाडी विच समर्था जितनी किसी तुसां कीता, हौली हौली असीं इत्थे टिक जाइए। तू आपे आप प्रभा आप सब करता, हे सच्चे पातशाह तू ही तू है। तू आपे आप आप सब करता। सब करता का भाव है संसार च जो कुछ हो रहा तो करता तो तू आप है, क्यों करता पुरख असीं तुहानूं कहने आ। जदों करता पुरख तुसीं हो तो इत्थे की ऐसा है जो तुहाडे हुक्म तो, तुहाडे सिस्टम तो, तुहाडे निज़ाम तो बिना कुछ हो रहा है? तो जवाब है नहीं, हो रहा है, तुहाडे निज़ाम मुताबिक है, तुहाडे हुक्म मुताबिक है। फिर साडी परेशानी की है? साडी परेशानी यह है कि असां ने कदे तुहाडे हुक्म की तामील, तुहाडे हुक्म की पालना, जो सिस्टम की पालना सी असीं शायद पूरी तरह नहीं कर पाए। नतीजन अज असीं सिस्टम दे विच उखड़े उखड़े लगते हैं। आ जिहड़े असीं थोड़े बहुते परेशान आ ना, इहदा भाव है कि असीं करते दे उस रज़ा नूं, उस हुक्म नूं, जो निविध बनाई सिस्टम है, उन्होंने पूरी तरह पिछले समय दे विच फॉलो नहीं कर पाए। बेशक सानू दा पता नहीं भी कित्थे सातों भुल हुई, क्योंकि जे पता हुंदा तो करदे क्यों। सानू दा पता नहीं असीं कित्थे भुल कर बैठे हाँ, पर असीं जो अज उखड़े हुए हैं इसे करके किते ना किते साडे तो भुल हुई है। तो हुण असीं यही कहने, महाराज पिछलियां भुल्लां माफ़ करो, सानू टिका दिओ। आ कदे कदे सियाणे अरदासां महाराज टिकाओ बख्शो। होर टिकाओ कोई जमीन ते थोड़ा ना चिक जोड़ देना है, साडा मानसिक टिकाव होना है। भाव गलतियां दियां लहरां जो सानू लोड़ां दे करके प्रगट होंदियां ने और सानू गलत पासे वाल रुख कर दिंदियां ने साडा, असीं उन्हां तो टिकाव लैना है ताकि ये संसार दियां हवावां जो गर्म ते सर्द चलदियां ने ये चलदियां रहन ते पर मेरा टिकाव मेरा तुहाडे नाल बणिया रहे। जिवें उड्डण वाले जहाज़ ते समुंदरी जहाज़ां नूं अज केंद्र दिता जांदा है, भाई इस केंद्र नूं मुख रख के तुसीं अपनी दिशा निर्धारित करनी। सारे जाणदे ध्रुव एक ऐसा टिकाणा सब नूं दिता जांदा भी इहनूं सेंटर मन के तुसीं अपने टिकाणे नूं, अपने आदर्श नूं, अपने राह नूं लभ लेना। बस असीं भी गुरु के चरणां नूं उस ध्रुव जिन्होंने आपां नार्थ पोल अजकल कहने आ, उहनूं समझ के भी गुरु इत्थे है, आ स्वरूप गुरु का है, तो साडा मार्गदर्शन फिर किन्ना कुछ असीं सज्जे खब्बे जा सकते हैं, जो साडा दायरा है सानू समझ आ जाना चाहिए। अध्यात्म दे विच उसनूं इंज कहा गया भी नहीं, ये सारा ब्रह्मंडी पसारा तेरा अपना है, ते तेरे ब्रह्मंडी पसारे दे विच ही असीं निके निके जी खेड रहे हैं। तो फिर क्यों ना आपां कह दे तू आपे आप निरंकार है, आप कारण किया। अज के तू आपे आप सब करता। महाराज सारी रचना तुहाडी है। और किते पावन बाणी दे जो वारां दी बनतर है, जो आपां 22 वारां पढ़ते होंदे ना, हुण तो पता नहीं लोग उस तरह पढ़ते कि नहीं। पुराने लोग पहलां 22 वारां पढ़ते होंदे सी, घरां च पोथियां होंदियां सी, भगत बाणी दी लग गुणी, 22 वारां दी लग गुणी, क्योंकि उदों अलग सिस्टम नहीं सी। हुण तो डिवाइस भी सानूं बहुत कुछ मिल जाता है, इस करके वो हुण प्रिंट पोथियां की कीमत भी घटती जाती है। उदों अलग अलग स्वरूप घरां च रखना औखा सी, ते भाई सियाणिਆਂ ने कहना भाई पंज ग्रंथी अलग कर देनी। ये भाई साहब भाई मनी सिंह साहब जी ने सानू करके दिता है। 5 ग्रंथी बनाती, 22 वारां करतियां, भगत बाणी करती, भाई सुखै नहीं कोई अपना पाठ कर सकता है। उन्हां 22 वारां दे विचों 2 वारां वो ने जिहड़ियां निरोल पौड़ियां ने, जिवें एक दा जिक्र अजकल रोज़ाना हो रहा बसंत की वार, ते दूसरी सत्ते ते बलवंड की वार। बाकी 20 वारां दे विच किते सिलसिले नूं समझण दी कोशिश करांगे तो उहदी पहली पौड़ी तो उहदी संपूर्णता की पौड़ी करता पुरख वाहिगुरू जी की उस्तत नाल भरी हुई है।
आसा की वार प्रसिद्ध है। आसा की वार की रमत इत्थों होंदी है ना, आप ही आप सब कीता है, अपना आप ही ने आप साजो, आप ही ने रचियो नाम, सब कुछ अपना आप ही। अज भी हर पौड़ी नूं किते वारां दी पहली अते वारां दी संपूर्णता की पौड़ी पढ़ के देखांगे, इक्को ही गल कह रहे ने, हे वाहिगुरू रचना तेरी है, बनतर तेरी है, तू आप ही सारे पसारे दे विच वसर रहा है, सो आप ही सारे पसारे च रचिया होए है, तू आपे आप सब करता, हे महाराज तू आप ही करता है। एक था बड़ा प्यारा वचन, आप ही करता, आप ही भुगता, तू करता भी आप है तो भुगता भी आप है। आ जितने जी जो कर रहे ने वो भी उन्होंने विच भी तेरी जोत है। तो जो जिन्हें आप कहते फलाना बंदा असी देखो जी बड़ा भुगते हाँ, दुख भुगते हाँ, फलाने बड़ा दुख भोगे है, जिन्हें लंबा समय उम्र का हटाया वो सारे दसते ना कि असीं आ भी भुगते, आ भी भुगते, भाई बड़े संताप भोगे ने असां। आ वडेरिया ने 47 का संताप हो गया, 84 का संताप हो गया, आ हुण असां अगे जाकण देखो जी असीं कोविड भोगिया, असां दसना सारे ने एक दूजे नूं दसदे आ, जिन्हें 47 देखे वो दसते ने असां संताप भोगे ने, जिन्होंने 84 की पूरी होश है वो दसते ने असां संताप भोगे ने। तो भाई आने वाले 10-20 सालों दसिया जाएगा भाई, तो कोविड का एक दौर आया सी जदों सब कुछ बंद, रेल फाटक दुनिया भर के जहाज सड़कां सब बंद, असां ये संताप भी भोगे ने। महाराज कहने लगे जे भुगतन वाला करन वाला आप है ना, उहदी जोत करदी ते भुगतन वालियां दे विच भी उसे दी जोत है। संसार दे विच असीं दो प्रकार के लोगों ने, एक भुगता हुंदा, एक भुगता हुंदा, एक भोग रहा हुंदा, एक भुगत रहा हुंदा। एक जी डाढ़ा है जो भोग रहा है, एक कमज़ोर है जो जरा भुगत रहा है। और संसार सदियों तो ऐसा ही है। गुरु धर्म दृष्टि की कहती है, दोनों दे विच वो आप है। फिलासफी च कहानी सुनाई जाती होंदी है दार्शनिक मंडलों भी करता तो रंगां नूं देखना किवें। सवेरे सवेरे हर जी अपने बालकों की, अपने बच्चों की सुख मंगदा, असीं भी मंगते सारे, हर कोई जी प्रकृति च हर कोई जी जो मापे के रूप च, कीड़ी तो लैके हाथी तक हर जी वो माँ अपने बच्चों की सुख मंगती है। दार्शनिक लोग कहानी सुनाते हैं भी दो मावां सवेरे सवेरे उठियां, दोनों ने अपने बच्चों की सुख मंगी, तो दोनों अपने बच्चों की सुख मंग के बाहर अपने बच्चों के कुछ आहर वास्ते तुर पईयां। तो इतफाक ऐसा सी कि शेरनी है तो एक हिरनी है, हुण दोनों का आमो सामने टाकरा हो गया, तो दोनों की खुराक सुन पता है, शेरनी माँ भी अपने बच्चों का भला चाहती है तो हिरनी माँ भी अपने बच्चों का भला चाहती है। पर कुदरत के निज़ाम दे विच की है, एक दी मौत ही दूजे की खुराक है। कुदरत का निज़ाम इदां दा है, एक ने टुटना है, एक ने मरना है, तो दूजे के बच्चे पलने ने। हुण दोनों चों एक बचेगा। जे हिरनी बचा लेंदी है अपने बच्चों को, तो शेरनी के बच्चे भुखे ने, तो शेरनी अपने बच्चे बचा लेंदी, हिरनी के बच्चे मरदे ने। यही तो संसार का अटल नियम है। संत कहता दोनों के विचों आप ही है, कि हिरनी माँ विच तू नहीं तो कि शेरनी माँ विच तू नहीं। एक भुगत रही है बेचारी, एक भोग रही है, एक अपने बच्चे पाल रही है, अपने बच्चे पाल रही है, पर ये विच की है, एक का मरना है तो दूजे का बचना है। कुदरत का अटल नियम यही है, और ये सब तो कठिन नियम है। विनाश ते विकास, एक का टुटना, एक दी मौत, दूजे का जीवन है। जी का आहार जी खाना ये करे। जिन्हें आप कदे कदे असी तो छोटे मोटे एक दो किताबां ज्ञान दी जानकारी पर जंगल राज जी, कुदरत का अटल नियम ही ये है। आज जिन्होंने कितने समुद्री जीवन नहीं पढ़ के देखा, जीवन ही इत्थे खड़ा है। इसे करके गुरु नानक निगाह उच्ची उठा के नहीं पाई, हर जी ने अपना कर्तव्य निभाना है, बस तू अपना धर्म निभा, ते तेरा धर्म है तू अपने बच्चे पालने ने। तेरा धर्म है, तेरी जो ड्यूटीज़ ने, तेरी जो रिस्पॉन्सिबिलिटीज़ ने, तू निभा पो अपना धर्म। बस वो धर्म के बदले सामने की हो रहा तू रोक नहीं सकता, असी रोक ही नहीं सकते की हो रहा है। असी इसे करके धर्म दर्शन का खास करके गुरु नानक साहब जी के बख्शे हुए इस धार्मिक अवस्था का जी कदे उड़ामा नहीं दिंदा। क्यों हो गया पता है, करते दे अटल हुक्म दे विच है, ऐसा होना है। ताइयों तो सानू सुनाया तो समझाया, चिंता ता की कीजिए जो अनहोनी होए। इत्थे अणहोना कुछ नहीं है,
ਤਾਂ ਸਾਨੂੰ ਸਮਝ ਨਹੀਂ ਹੈ। ਇਹ ਪੌੜੀਆਂ ਸਾਨੂੰ ਸਮਝ ਦਿੰਦੀਆਂ ਨੇ ਅਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਟਿਕੇ ਰਹਿਣ ਦਾ ਬਲ ਦਿੰਦੀਆਂ ਨੇ। ਅਸੀਂ ਟਿਕੇ ਰਹੀ, ਵਿਸ਼ਵਾਸ ਰੱਖੇ, ਗੁਰਪੂਰੇ ਚਰਨੀ ਲਾਇਆ। ਉਹ ਸਾਨੂੰ ਆਪਣੇ ਚਰਨੀ ਲਾ ਕੇ ਰੱਖਦਾ ਹੈ। ਅਤੇ ਚਰਨੀ ਲਾ ਕੇ ਰੱਖਣ ਦਾ ਮਤਲਬ ਇਹ ਨਹੀਂ ਅਸੀਂ ਤਾਂ ਹੱਥ ਸੋਚ ਬਸ ਦੇਖੋ ਜੀ ਹੁਣ ਤਾਂ ਅਸੀਂ ਮਰਾਂਗੇ, ਨਹੀਂ, ਦੁੱਖ ਨਹੀਂ ਆਏਗਾ, ਨਹੀਂ ਭਾਈ, ਇਹ ਸੰਸਾਰ ਦਾ ਕਾਰ ਵਿਹਾਰ ਹੈ, ਇਹ ਚੱਲਦਾ ਰਹਿਣਾ। ਉਹ ਸਾਨੂੰ ਵਿਛੋੜੇਗਾ ਨਹੀਂ ਅਤੇ ਉਹਦੇ ਵਿਛੋੜੇ ਵਿੱਚ ਕਿਰਪਾ ਦੇ ਰੰਗ ਢੰਗ ਬਦਲਦੇ ਨੇ, ਸਾਨੂੰ ਛੱਡੇਗਾ ਨਹੀਂ, ਸਰੀਰ ਛੁੱਟ ਜਾਏਗਾ। ਪਾਤਸ਼ਾਹ ਦਸ਼ਮੇਸ਼ ਦੀਆਂ ਗਾਥਾਵਾਂ ਦੇ ਵਿੱਚੋਂ ਇੱਕ ਦਸ਼ਮੇਸ਼ ਦੀ ਕਿਰਪਾ ਦਾ ਰੂਪ ਬੜਾ ਵੱਖਰਾ ਹੈ। ਜਿਹਨਾਂ ਦਸ਼ਮੇਸ਼ ਦੇ ਜੰਗੀ ਇਤਿਹਾਸ ਸਾਹਿਤ ਨੂੰ ਪੜ੍ਹਿਆ, ਅਧਿਐਨ ਦੇ ਰੂਪ ਵਿੱਚ ਦੇਖਦੇ ਨੇ। ਪਾਤਸ਼ਾਹ ਦਸ਼ਮੇਸ਼ ਨੇ ਇੱਕ ਸਿਪਾਹ ਸਲਾਰ ਜੋ ਆਪਣਾ ਮੁਗਲ ਸੈਨ ਦਾ ਵੱਡਾ ਸਰਦਾਰ ਹੈ, ਲੜਦਾ ਹੈ, ਸੰਜੋ ਨਾਲ ਮੜਿਆ ਪਿਆ ਹੈ, ਸੰਜੋ ਨਾਲ ਮੜਿਆ ਪਿਆ ਹੋਇਆ ਮਹਾਰਾਜ ਦੇ ਅੱਗੇ ਚੱਲਦਾ ਹੈ, ਲੜਦਾ ਪਿੜਦਾ, ਠੀਕ ਹੈ, ਜ਼ਖਮੀ ਹੋ ਕੇ ਮਹਾਰਾਜ ਦੇ ਸਾਹਮਣੇ ਡਿੱਗ ਪੈਂਦਾ ਹੈ। ਮਹਾਰਾਜ ਦਾ ਤੀਰ ਲੱਗ ਜਾਂਦਾ ਹੈ, ਜ਼ਖਮੀ ਹੋ ਕੇ ਡਿੱਗ ਪੈਂਦਾ ਹੈ। ਆ ਪਿੱਛੇ ਜੇ ਤਸਵੀਰ ਆਈ ਸੀ ਨਾ, ਜੋ ਸਾਹਿਬਜ਼ਾਦ ਪਿਕਚਰ ਸੀ, ਉਹ 'ਚ ਦੇਖਿਆ ਹੋਣਾ ਨਾ, ਇੱਕ ਸਾਹਮਣੇ ਸਿਪਾਹ ਸਲਾਰ ਖੜਾ ਹੈ, ਆਪਣੇ ਆਪ ਨੂੰ ਸੰਜੋ ਨਾ ਵੜੇ ਅਤੇ ਮਹਾਰਾਜ ਦਾ ਤੀਰ ਉਹਦੇ ਕੰਨ 'ਚ ਵੱਜਦਾ ਹੈ ਅਤੇ ਉਹ ਘੋੜੇ ਤੋਂ ਡਿੱਗ ਪੈਂਦਾ। ਅਗਲੀ ਗਾਥਾ ਚੂँਕਿ ਫਿਲਮਾਂ 'ਚ ਨਹੀਂ ਦਿਖਾਈ ਜਾ ਸਕਦੀ, ਥੋੜ੍ਹਾ ਸਮਾਂ ਹੁੰਦਾ ਉਹਨਾਂ ਦੇ ਕੋਲ, ਅਤੇ ਤੁਸੀਂ ਅਧਿਐਨ ਦੇ ਰੂਪ ਪੜ੍ਹਦੇ ਅਤੇ ਫਿਰ ਤਸਵੀਰਾਂ ਦੇਖਦੇ ਹਾਂ, ਕਿਉਂਕਿ ਲੱਭਦੇ ਹਾਂ ਹੌਲੀ ਹੌਲੀ। ਜਦੋਂ ਜ਼ਖਮੀ ਹੋ ਕੇ ਡਿੱਗ ਪੈਂਦਾ ਹੈ ਅਤੇ ਮਹਾਰਾਜ ਆਪਣੇ ਘੋੜੇ ਤੋਂ ਉਤਰ ਆਉਂਦੇ ਨੇ। ਹੁਣ ਮਹਾਰਾਜ ਦਾ ਕਮਾਨ ਤਾਂ ਨਹੀਂ ਹੈ ਹੱਥ ਵਿੱਚ, ਕਿਉਂਕਿ ਤੀਰ ਕਮਾਨ ਚੱਲ ਚੁੱਕੇ ਨੇ, ਉਹ ਜ਼ਮੀਨ 'ਤੇ ਡਿੱਗ ਚੁੱਕਾ ਹੈ। ਮਹਾਰਾਜ ਦੇ ਹੱਥ ਵਿੱਚ ਹੁਣ ਤਲਵਾਰ ਹੈ, ਜਿਹਨੂੰ ਕਰਾਚੌਲ ਕਹਿੰਦੇ ਨੇ, ਜੋ ਇੰਨੀ ਲੰਬੀ ਹੁੰਦੀ ਕਿ ਖਲੋਤੇ ਖਲੋਤੇ ਜ਼ਮੀਨ 'ਤੇ ਪਏ ਇਹਨੂੰ ਕੱਟਿਆ ਜਾ ਸਕਦਾ ਹੈ। ਮਹਾਰਾਜ ਜਦੋਂ ਆਪਣੇ ਕਰਾਚੌਲ ਖਿੱਚਦੇ ਨੇ ਅਤੇ ਉਹਦੇ ਲਰਜ਼ੇ ਹੱਥ ਜੁੜ ਜਾਂਦੇ ਨੇ, ਕੰਬਦੇ ਉਹਦੇ ਹੱਥ ਜੁੜ ਜਾਂਦੇ ਨੇ, ਅਤੇ ਜੁੜਦੇ ਜੁੜਦੇ ਹੱਥਾਂ ਤੋਂ ਦੋ ਕੁ ਲਫ਼ਜ਼ ਬੋਲਦਾ, ਮਹਾਰਾਜ ਖਿਮਾ, ਮਹਾਰਾਜ ਬਖਸ਼ ਲਓ, ਮੇਰਾ ਤੁਹਾਡਾ ਜਾਤੀ ਵੈਰ ਨਹੀਂ ਸੀ, ਮੈਂ ਤਾਂ ਬਾਦਸ਼ਾਹ ਦੇ ਹੁਕਮ ਦੇ ਮੁਤਾਬਕ ਚੜ੍ਹ ਕੇ ਆਇਆ, ਮੈਂ ਤਾਂ ਸਿਪਾਹੀ ਹਾਂ ਅਤੇ ਸਿਪਾਹੀ ਦਾ ਉਹ ਧਰਮ ਹੈ ਆਪਣੇ ਮਾਲਕ ਲਈ ਲੜਨਾ, ਮੈਂ ਤਾਂ ਆਪਣੇ ਮਾਲਕ ਲਈ ਲੜ ਰਿਹਾ, ਮੇਰਾ ਤੁਹਾਡੇ ਨਾਲ ਤਾਂ ਕੋਈ ਵੈਰ ਥੋੜ੍ਹਾ ਹੈ, ਅਤੇ ਤੁਸੀਂ ਤਾਂ ਬਖਸ਼ਿੰਦ ਗੁਰੂ ਹੋ, ਮੈਨੂੰ ਬਖਸ਼ ਲਓ। ਹੁਣ ਮਹਾਰਾਜ ਦਾ ਹੱਥ ਵਿੱਚ ਤਲਵਾਰ ਹੈ, ਜੰਗ ਚੱਲ ਰਹੀ ਹੈ। ਮਹਾਰਾਜ ਦਾ ਹੱਥ ਇੱਕ ਪਲ ਵਾਸਤੇ ਰੁਕਦਾ ਹੈ, ਜਦੋਂ ਕਹਿੰਦਾ ਮਹਾਰਾਜ ਖਿਮਾ, ਸ਼ਰਨ ਆਇਆ, ਰੱਖ ਲਓ। ਹੁਣ ਕਿਵੇਂ ਰੱਖਣਗੇ? ਮਹਾਰਾਜ ਇੱਕ ਪਲ ਵਾਸਤੇ ਹੱਥ ਰੋਕਦੇ ਨੇ ਅਤੇ ਕਹਿਣ ਲੱਗੇ, ਭਾਈ ਪੈਂਡੇ ਖਾਨ ਗੱਲ ਸੁਣ, ਤੂੰ ਸ਼ਰਨ ਆ ਗਿਆ, ਛੱਡ ਮੈਂ ਤੈਨੂੰ ਸਕਦਾ ਨਹੀਂ, ਕਿਉਂਕਿ ਸ਼ਰਨ ਆਏ ਨੂੰ ਛੱਡਣਾ ਸਾਡੇ ਸੁਭਾਅ 'ਚ ਨਹੀਂ ਹੈ। ਪਰ ਸੱਚ ਇਹ ਦੁਨੀਆ ਦਾ ਕਿ ਬਚ ਤੂੰ ਸਕਦਾ ਨਹੀਂ, ਤੂੰ ਬਚ ਵੀ ਨਹੀਂ ਸਕਦਾ, ਕਿਉਂਕਿ ਮੇਰੇ ਹੱਥ ਦਾ ਤੀਰ ਲੱਗਾ ਵੀ ਤੇਰੇ ਕੰਨ 'ਤੇ ਹੈ। ਜ਼ਿੰਦਾ ਤੂੰ ਬਚ ਨਹੀਂ ਸਕਦਾ ਅਤੇ ਤੈਨੂੰ ਛੱਡ ਮੈਂ ਸਕਦਾ ਨਹੀਂ। ਤੂੰ ਹੁਣ ਗੁਰੂ ਨਾਨਕ ਦੇ ਦਰ ਸ਼ਰਨ ਮੰਗ ਲਈ ਹੈ ਅਤੇ ਕਿਰਪਾ ਦਾ ਦੂਸਰਾ ਰੂਪ ਦੇਖ। ਉਹਦੀਆਂ ਅੱਖਾਂ ਕੱਢੀਆਂ ਰਹਿ ਕੇ ਵੀ ਕਿਰਪਾ ਦਾ ਨਵਾਂ ਰੂਪ ਕਿਹੜਾ ਹੋਏਗਾ। ਇਹਨਾਂ ਕਹਿ ਕੇ ਮਹਾਰਾਜ ਨੇ ਆਪਣੀ ਕਰਾਚੌਲ ਚਲਾ ਦਿੱਤੀ ਹੈ, ਉਹਦਾ ਸਿਰ ਧੜ ਤੋਂ ਜੁਦਾ ਹੋ ਗਿਆ ਹੈ। ਹੁਣ ਇਹ ਸਾਨੂੰ ਸਮਝਣਾ ਬੜਾ ਔਖਾ ਹੋਏਗਾ ਵੀ ਉਹ ਕਹਿ ਰਿਹਾ ਮਹਾਰਾਜ ਮੈਨੂੰ ਬਖਸ਼ ਲਓ, ਆਪਣੇ ਚਰਣੇ ਲਾ ਲਓ, ਅਤੇ ਮਹਾਰਾਜ ਦਾ ਸਿਰ ਧੜ ਤੋਂ ਅਲੱਗ ਕਰ ਰਹੇ ਨੇ, ਕਿਉਂਕਿ ਹੁਣ ਉਹ ਤੜਪ ਰਿਹਾ ਹੈ ਅਤੇ ਤੜਪਦਾ ਮਹਾਰਾਜ ਦੇਖ ਨਹੀਂ ਸਕਦੇ, ਦਇਆਲੂ ਨੇ। ਅਤੇ ਤੜਪੇ ਵੀ ਉਹ ਜੋ ਕਹਿ ਰਿਹਾ ਹੋਵੇ ਮਹਾਰਾਜ ਖਿਮਾ, ਮਹਾਰਾਜ ਖਿਮਾ, ਮਹਾਰਾਜ ਖਿਮਾ, ਅਤੇ ਤੜਪ ਕਿਵੇਂ ਦੇਖਣ? ਕਹਿਣ ਲੱਗੇ ਤੜਪਦਾ ਮੈਂ ਦੇਖ ਨਹੀਂ ਸਕਦਾ ਅਤੇ ਬਚ ਤੂੰ ਸਕਦਾ ਨਹੀਂ, ਛੱਡ ਮੈਂ ਸਕਦਾ ਨਹੀਂ ਤੈਨੂੰ, ਤੜਪਦਾ ਛੱਡ ਕੇ ਚਲਾ ਜਾਵਾਂ, ਇਹ ਜੰਗੀ ਮੇਰੇ ਨਿਯਮ ਦੇ, ਮੇਰੇ ਧਰਮ ਦੇ ਖਿਲਾਫ ਹੈ। ਇਸ ਕਰਕੇ ਕਿਰਪਾ ਦਾ ਦੂਸਰਾ ਰੂਪ ਹੈ, ਹੁਣ ਤੇਰਾ ਸਰੀਰ ਛੁੱਟੇਗਾ। ਸਾਨੂੰ ਨਹੀਂ ਸਮਝ ਆਉਂਦੀ ਹੁੰਦੀ ਕਿਰਪਾ ਦਾ ਕੀ ਰੂਪ ਕਦੇ ਵਰਤਣਾ ਹੈ, ਕਿਉਂਕਿ ਅਸੀਂ ਤਾਂ ਸਿਰਫ ਇੱਕ ਐਂਗਲ ਤੋਂ, ਸਾਡੇ ਕੋਲ ਤਾਂ ਕੋਈ ਛੋਟਾ ਜਿਹਾ ਸ਼ੀਸ਼ਾ ਗਿਆਨ ਦਾ ਹੁੰਦਾ, ਸਾਨੂੰ ਉਹਨਾਂ ਕੀ ਨਜ਼ਰ ਆਉਂਦਾ, ਬਸ ਮੈਨੂੰ ਬਚਾਓ, ਮੈਨੂੰ ਬਚਾਓ। ਪਰ ਉਹਦੇ ਵਿੱਚ ਬਹੁਤ ਕੁਛ ਐਸਾ ਹੈ ਜਿਹੜਾ ਕਰਤੇ ਦੀ ਕਿਰਪਾ ਦੇ ਕਈ ਰੂਪ ਨੇ। ਇਸੇ ਕਰਕੇ ਜਾਪ ਸਾਹਿਬ ਕਾਪਤੇ ਰਿਤ ਪੜ੍ਹਦੇ ਹੋਗੇ, ਕਿਤਨੇ ਕੁ ਰੂਪਾਂ ਦਾ ਜ਼ਿਕਰ ਉਹਦੇ ਵਿੱਚ ਮਹਾਰਾਜ ਨੇ ਕੀਤਾ ਹੈ। ਜੇ ਨਮਸਕਾਰ ਪ੍ਰਕਾਸ਼ ਹੈ ਸੂਰਜ ਸੂਰਜੇ ਤੇ ਨਮੋ ਅੰਧਕਾਰੇ ਵੀ ਹੈ। ਆਪ ਨੇ ਜਾਪ ਸਾਹਿਬ ਪੜ੍ਹਦੇ ਹੋ ਨਾ, ਜੇ ਨਮੋ ਤੇਜ ਤੇਜੇ ਹੈ ਤੇ ਨਮੋ ਅੰਧਕਾਰੇ ਵੀ ਹੈ। ਜੇ ਤੇਜ ਪ੍ਰਕਾਸ਼ ਵਿੱਚ ਉਹਦੀ ਕਲਾ ਹੈ ਤੇ ਅੰਧਕਾਰ ਉਹ ਤੋਂ ਬਿਨਾਂ ਥੋੜ੍ਹਾ ਹੋ ਸਕਦਾ ਹੈ। ਅੰਧਕਾਰ ਵੀ ਉਹਦੇ ਬਲ ਸਦਕੇ ਵਰਤਦਾ ਹੈ। ਬਸ ਇਹੀ ਸਾਨੂੰ ਸਮਝਣ, ਇਹ ਜੋ ਉਤਾਰ ਚੜਾਓ ਨੇ ਨਾ, ਜਿਹਨੂੰ ਜਵਾਰ ਭਾਟ ਆਖਿਆ ਜਾਂਦਾ ਹੈ ਤੇ ਉਸੇ ਦੀ ਕਲਾ ਨਾ। ਦੁੱਖ ਤੇ ਸੁੱਖ
ਉਹਦੇ ਘਰ ਨੇ ਨਾ, ਉਹਦੇ ਬਣਾਏ ਹੋਏ ਨਾ, ਉਹਦੇ ਦਰ ਦੇ ਬਣਾਏ ਹੋਏ ਮੁਕਾਮ ਨੇ। ਇਸੇ ਕਰਕੇ ਸਾਨੂੰ ਤਾਂ ਦੱਸਿਆ ਕਿ ਹੈ ਦੁੱਖ ਸੁੱਖ ਦੋਏ ਦਰ ਕੱਪੜੇ, ਦਰ ਤੋਂ ਮਿਲੀਆਂ ਹੋਈਆਂ ਪੁਸ਼ਾਕਾਂ ਨੇ। ਜੇ ਸਰਦੀ ਅਤੇ ਗਰਮੀ ਵਾਸਤੇ ਮਾਂ ਕੱਪੜੇ ਸਵਾ ਕੇ ਦਿੰਦੀ ਹੈ, ਬੱਚੇ ਦੂਰ ਟੂਰਾਂ 'ਤੇ ਜਾਂਦੇ ਨੇ, ਪੜ੍ਹਨ ਲਿਖਣ ਜਾਂਦੇ, ਅਤੇ ਮਾਂ ਬੈਗ ਭਰ ਕੇ ਦੇ ਦਿੰਦੀ, ਲੈ ਬੇਟਾ ਲੋੜ ਪਏ ਅਤੇ ਪਾਉਂਦਾ ਰਹੀ। ਕਦੇ ਕੱਢਦਾ ਗਰਮੀ ਦੇ ਕੱਪੜੇ, ਕਦੇ ਕੱਢ ਲੈਂਦਾ ਸਰਦੀ ਦੇ ਕੱਪੜੇ। ਇਵੇਂ ਕਰਤੇ ਨੇ ਸਾਨੂੰ ਇਸ ਮਾਂ ਨੇ ਤਾਂ ਦੱਸਿਆ ਹੁੰਦਾ ਵੀ ਆਹ ਕੱਪੜਾ ਤੂੰ ਕਦੋਂ ਪਾਉਣਾ ਹੈ, ਪਰ ਉਸ ਗੁਰੂ ਕਰਤਾ ਮਾਂ ਨੇ ਕਦੇ ਦੱਸਿਆ ਨਹੀਂ ਵੀ ਬਸ ਕੱਪੜਾ ਬੈਗ ਖੁੱਲ੍ਹਦਾ, ਕਿਹੜਾ ਕੱਪੜਾ ਪਾਉਣਾ ਨਿਕਲਦਾ ਅਤੇ ਪਾਉਣਾ ਪੈਂਦਾ। ਕਦੇ ਦੁੱਖ ਨਿਕਲਦਾ ਅਤੇ ਕਦੇ ਸੁੱਖ ਨਿਕਲਦਾ। ਇਸ ਕਰਮ ਦੀ ਪੋਟਲੀ 'ਚੋਂ ਕੀ ਨਿਕਲਣਾ ਸਵੇਰੇ ਸਾਨੂੰ ਪਤਾ ਥੋੜ੍ਹਾ ਹੈ। ਹੁਣ ਆਪਾਂ ਇੱਥੇ ਬੈਠੇ ਹਾਂ, ਉੱਠ ਕੇ ਥੋੜ੍ਹੀ ਦੇਰ ਬਾਅਦ ਆਪਾਂ ਬਾਹਰ ਜਾਣਾ ਹੈ, ਸਾਨੂੰ ਪਤਾ ਤਾਂ ਨਾ ਸਾਡੇ ਨਾਲ ਕੀ ਬੀਤਣੀ ਹੈ, ਕਿਸੇ ਨਾਲ ਕੀ ਹੋਣਾ ਸਾਨੂੰ ਨਹੀਂ ਪਤਾ। ਬਸ ਇਸ ਕਰਕੇ ਜੁੜੇ ਰਹੀ, ਉਹਦੀ ਜੋ ਡੋਰ ਸਾਡੀ ਉਹਦੇ ਕੇਂਦਰ 'ਤੇ ਜੁੜੀ ਰਹੀ, ਅਤੇ ਫਿਰ ਜੋ ਹੋਏਗਾ ਸੋ ਚੰਗਾ ਹੋਏਗਾ। ਅਤੇ ਜੇ ਟੁੱਟ ਗਏ ਅਤੇ ਫਿਰ ਕਹਾਂਗੇ ਮਾੜਾ ਹੋ ਗਿਆ। ਇਸੇ ਕਰਕੇ ਗੁਰੂ ਨਾਨਕ ਦਰਸ਼ਨ ਇਹ ਕਦੇ ਨਹੀਂ ਕਹਿੰਦਾ ਕਿ ਮਾੜਾ ਹੋਇਆ। ਅਸੀਂ ਰੋਜ਼ ਕਹਿੰਦੇ, ਆਪ ਤੇ ਪੜ੍ਹਦੇ ਹੋਗੇ, ਪੜ੍ਹ ਕੇ ਆਏ ਹੋਗੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਅਸਾਂ ਇੱਥੇ ਰੁਕਣਾ ਹੈ। ਤੂੰ ਆਪੇ ਆਪ ਸਭ ਕਰਤਾ। ਕਹਿਣ ਲੱਗੇ ਕੋਈ ਦੂਜਾ ਹੋਏ ਸਵਰੋ ਕਹੀਏ, ਕੋਈ ਦੂਜਾ ਹੋਵੇ ਤਾਂ ਕਹੀਏ ਨਾ ਕਿਸੇ ਦੂਜੇ ਨੇ ਕੀਤਾ ਹੈ। ਜਦੋਂ ਕਰਨ ਵਾਲਾ ਹੈ ਹੀ ਇੱਕ, ਸਾਨੂੰ ਚੰਗਾ ਲੱਗਾ ਜਾਂ ਨਹੀਂ ਚੰਗਾ ਲੱਗਾ, ਸਾਨੂੰ ਮੰਦਾ ਲੱਗਾ ਜਾਂ ਨਹੀਂ ਲੱਗਾ, ਸਾਡੀ ਹੈ ਨਾ। ਸਾਨੂੰ ਸਰਦੀ ਗਰਮੀ, ਸਾਨੂੰ ਦੁੱਖ ਲੱਗਾ, ਸਾਨੂੰ ਭੁੱਖ ਲੱਗੀ, ਸਾਨੂੰ ਚੰਗਾ ਲੱਗਾ ਮੀਂਹ ਪਿਆ, ਸਾਨੂੰ ਚੰਗਾ ਲੱਗਾ ਮੀਂਹ ਪਿਆ, ਸਾਨੂੰ ਨਹੀਂ ਚੰਗਾ ਲੱਗਾ, ਪਰ ਦੂਜਾ ਤੇ ਕਰਨਾ ਕੋਈ ਨਹੀਂ ਨਾ। ਆਉਣ ਵਾਲੇ ਸਮੇਂ 'ਚ ਅਸੀਂ ਹਾਲਤਾਂ ਮੁਤਾਬਕ ਪੜ੍ਹਦੇ ਰਹੀ ਨੇ ਸਮੇਂ ਦੀ। ਮਹਾਰਾਜ ਨੇ ਜਦੋਂ ਜਿਵੇਂ ਅੱਜ ਕੱਲ੍ਹ ਬਸੰਤ ਰਾਗ ਦਾ ਚਰਚਾ ਚੱਲ ਰਿਹਾ ਹੈ, ਹਰ ਥਾਂ 'ਤੇ ਬਸੰਤ ਰਾਗ ਗਾਇਆ ਜਾ ਰਿਹਾ ਹੈ। ਆਪਾਂ ਨੂੰ ਪਤਾ ਜੋ ਸਾਵਣ ਦਾ ਮਹੀਨਾ ਅਤੇ ਸਾਵਣ ਗਾਇਆ ਜਾਂਦਾ। ਸਾਵਣ ਦੇ ਮਹੀਨੇ 'ਚ ਮੀਂਹ ਪੈਂਦੇ ਨੇ, ਸਾਵਣ ਦੇ ਵਿੱਚ ਬਰਸਾਤ ਹੁੰਦੀ। ਅਤੇ ਪਤਾ ਹੈ ਗੁਰੂ ਨਾਨਕ ਨੇ ਬਹੁਤ ਪਿਆਰ ਭਰੇ ਦਰਸ਼ਨ ਸਾਵਣ ਦੇ ਮਹੀਨੇ ਦਾ ਵਰਤਦੀ ਹਾਲਾਤ ਦਾ ਕੀਤੇ ਵੀ ਜਦੋਂ ਮੀਂਹ ਪੈਂਦਾ ਨਾ, ਉਦੋਂ 4 ਜੀ ਬੜੇ ਖੁਸ਼ ਹੁੰਦੇ ਨੇ। ਜਦੋਂ ਸਾਵਣ ਬਰਸਦਾ ਦੇਖਣ, ਉਦੋਂ ਪਤਾ ਲੱਗਦਾ ਹੈ ਕਿ 4 ਜੀ ਬੜੇ ਹੁੰਦੇ ਨੇ, ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ। ਨਾਨਕ ਸਾਵਣ ਜੀ ਵਸੈ, ਚਾਹੋ ਉਮਾ ਹੋਏ। ਜਦੋਂ ਸਾਵਣ ਦਾ ਮੀਂਹ ਪੈਂਦਾ, ਝੜੀ ਲੱਗਦੀ ਹੈ, ਅਤੇ 4 ਪ੍ਰਕਾਰ ਦੇ ਜੀ ਬੜੇ ਖੁਸ਼ ਹੁੰਦੇ ਨੇ, ਬੜੇ ਆਨੰਦ ਲੈਂਦੇ ਨੇ। ਕਿਹੜੇ ਕਿਹੜੇ ਜੀ? ਨਾਗਾਂ, ਸਭ ਨੂੰ ਪਤਾ ਹੈ ਕਿ ਬਰਸਾਤਾਂ ਦੇ ਮਹੀਨੇ ਸੱਪ ਨਾਗ ਬੜਾ ਆਨੰਦ ਲੈਂਦੇ ਨੇ। ਮਿਰਗਾਂ, ਜੰਗਲਾਂ 'ਚ ਫਿਰਨ ਵਾਲੇ ਮਿਰਗ ਬੜੇ ਆਨੰਦ, ਕਿਉਂਕਿ ਥਾਂ ਥਾਂ 'ਤੇ ਹਰਿਆਵਲ ਹੈ, ਸੋਕਾ ਕੋਈ ਨਹੀਂ, ਪਾਣੀ ਦੀ ਕਮੀ ਕੋਈ ਨਹੀਂ, ਚੁੰਗੀਆਂ ਭਰਦੇ ਫਿਰਦੇ ਨੇ। ਨਾਗਾਂ, ਮਿਰਗਾਂ, ਮੱਛੀਆਂ, ਡੱਡੀਆਂ ਮੱਛੀਆਂ ਦੀ ਬੜੀ ਮੌਜ ਲੱਗੀ, ਹੁਣ ਸੋਕੇ ਦਾ ਮਤਲਬ ਵੀ ਨਹੀਂ। ਅਤੇ ਚੌਥੇ ਹੁੰਦੇ ਮਨੁੱਖਾਂ 'ਚੋਂ ਰਸੀਆਂ, ਜਿਹੜੇ ਰਸਿਕ ਪ੍ਰਕਾਰ ਦੇ ਰਸ ਭੁਗਦੇ ਨੇ, ਰਸਕ ਲੋਕ ਨੇ। ਪਰ ਰਸੀਆਂ 'ਚੋਂ ਕਿਹੜੇ? ਘਰ ਧਨ ਹੋਏ। ਹੁਣ ਬੰਦਾ ਰਸਿਕ ਹੋਵੇ, ਸੰਗੀਤ ਤਾਂ ਰਸਿਕ ਬਹੁਤ ਹੈ, ਪਰ ਪੈਸੇ ਨਹੀਂ। ਸੰਗੀਤ ਕਿੱਥੋਂ ਸੁਣੇਗਾ? ਕਿਹੜੀ ਮਹਿਫਲ 'ਚ ਜਾ ਕੇ ਗਾਣੇ ਸੁਣੇਗਾ? ਕਿੱਥੇ ਸੰਗੀਤ ਵਜਾਏਗਾ? ਪੈਸਾ ਨਹੀਂ। ਰਸੀਆਂ ਘਰ ਧਨ ਹੋਏ। ਜਿਨ੍ਹਾਂ ਦੇ ਘਰ ਧਨ ਹੈ ਉਹ ਤਾਂ ਬੜੇ ਆਨੰਦ ਲੈਂਦੇ ਨੇ, ਭਾਈ ਬੜਾ ਖੁਸ਼ ਹੈ, ਆਹ ਸਾਵਣ ਆ ਗਿਆ। ਮਹਾਰਾਜ ਕਹਿੰਦੇ ਦੂਸਰਾ ਪਾਸਾ ਦ੍ਰਿਸ਼ਟੀ, ਤਸਵੀਰ ਬਦਲ ਕੇ ਦੇਖੋ। ਨਾਨਕ ਸਾਵਣ ਜੇ ਵਸੇ, ਚੌਂ ਵਿਛੋੜਾ ਹੋਏ। ਜਦੋਂ ਉਹੀ ਸਾਵਣ ਦਾ ਮਹੀਨਾ ਵਰਸਦਾ ਹੈ, ਅਤੇ ਤਸਵੀਰ ਦੇ ਦੂਸਰੇ ਹਿੱਸੇ 'ਚ ਕੀ ਹੈ? 4 ਜੀ ਪ੍ਰਕਾਰ ਦੇ ਉਹ ਨੇ ਜਿਨ੍ਹਾਂ ਨੂੰ ਬੜਾ ਵਿਛੋੜਾ ਪੈਂਦਾ। ਗਾਈ ਪੂਤਾਂ, ਗਾਈ ਪੂਤਾਂ, ਆ ਪੁਰਾਣੇ ਬਜ਼ੁਰਗ ਨੂੰ ਪਤਾ ਹੋਏਗਾ, ਜਦੋਂ ਬਰਸਾਤ ਦੇ 4 ਮਹੀਨੇ ਆਉਂਦੇ ਸੀ, ਗਾਵਾਂ ਦੇ ਨਿੱਕੇ ਨਿੱਕੇ ਬੱਚੇ ਘਰ ਰਹਿ ਜਾਂਦੇ ਅਤੇ ਗਾਈਆਂ ਨੂੰ ਦੂਰ ਚਰਗਾਹਾਂ 'ਚ, ਜਦੋਂ ਗੋਇਲੀ ਕਹਿੰਦੀ ਸੀ ਪੁਰਾਣੀ ਭਾਸ਼ਾ 'ਚ, ਜੈਸੇ ਗੋਇਲ ਗੋਇਲੀ, ਗੋਇਲੀ ਕਹਿੰਦੇ ਨੇ, ਪਿੰਡਾਂ ਤੋਂ ਦੂਰ ਜੰਗਲਾਂ ਦੇ ਕਿਨਾਰਿਆਂ 'ਤੇ ਲੋਕਾਂ ਬਾੜੇ ਬਣਾਏ ਹੋਣੇ, ਗਾਈਆਂ ਉੱਥੇ। ਅਤੇ ਸਿਆਣੇ ਕਹਿੰਦੇ ਜਦੋਂ ਕਿਤੇ ਅੱਜ ਨਾ ਵਡੇਰੀਆਂ ਨੇ ਗੱਡੇ ਵਾਹੇ ਨੂੰ ਪਤਾ ਹੈ, ਜਦੋਂ ਭਾਰ ਲੱਦਿਆ ਹੋਵੇ, ਸੜਕ 'ਤੇ ਰਾਹ 'ਤੇ ਚਿੱਕੜ ਹੋਵੇ, ਅਤੇ ਬਲਦਾਂ ਦੇ ਮੋਢਿਆਂ 'ਤੇ ਗੱਡਾ ਹੁੰਦਾ, ਅਤੇ ਬਲਦ ਨੂੰ ਪੁੱਛੇ ਭਈ ਹੁਣ ਕੀ ਬੀਤਦੀ ਤੇਰੇ ਨਾਲ? ਬਰਸਾਤ ਦਾ ਮੌਸਮ ਤੈਨੂੰ ਚੰਗਾ ਲੱਗਦਾ? ਉੱਤੋਂ ਭਾਰ ਪੈ ਰਿਹਾ, ਸੜਕ 'ਤੇ ਖੋਬਾ ਹੈ, ਚਿੱਕੜ ਹੈ, ਉੱਤੋਂ ਮਾਲਕ ਦੇ ਹੱਥ ਸੋਟੀ ਹੈ। ਅਤੇ ਫਿਰ ਗਾਈ ਪੂਤਾਂ ਨੂੰ ਪੁੱਛੀ, ਬਾਈ ਹੁਣ ਕੀ ਹਾਲ ਤੇਰਾ? ਗਾਏ ਪੂਤਾਂ ਫਿਰ ਕਹਿਣਗੇ ਦੂਸਰੇ ਪਾਸੇ ਜਿਹੜੇ ਨੇ ਪੰਥੀ ਸਫ਼ਰ ਕਰਨ ਵਾਲੇ ਨੇ, ਵਿਚਾਰੇ ਨਾ ਸੜਕ ਉਪਾਰ ਜਾ ਸਕਦੇ, ਦਰਿਆ ਭਰੇ। ਅਤੇ ਕਹਿਣ ਲੱਗੇ ਫਿਰ ਇੱਕ ਪੁੱਛੀਏ, ਚਾਕਰ ਨੌਕਰ ਨੂੰ ਪੁੱਛੀਏ,
ਮਾਲਕ ਤੇ ਕਹਿੰਦਾ ਬੜਾ ਵਧੀਆ ਮੀਂਹ ਪਿਆ, ਮੌਸਮ ਬੜਾ ਵਧੀਆ ਭਾਈ, ਬੜਾ ਵਧੀਆ ਮੌਸਮ, ਮਾਲਕ ਕਹਿੰਦਾ ਨਾ। ਪਰ ਨੌਕਰ ਨੂੰ ਪੁੱਛੀਏ ਭੇਜਦੇ ਨੇ ਜਿਹਨੇ ਕੰਮ ਕਰਨਾ ਹੈ, ਜਿਸ ਭੇਜਦੇ ਵਿਚਾਰੇ ਨੇ ਘਰੋਂ ਵਾਲਾ, ਹੁਣ ਮੀਂਹ ਸ਼ੁਰੂ ਹੁੰਦਾ ਨਾ, 2-3 ਦਿਨ ਤੋਂ ਮੀਂਹ ਪੈ ਰਿਹਾ, ਠੀਕ ਹੈ ਮਾਲਕ ਤੇ ਬੈਠੇ ਬੜੇ ਆਰਾਮ ਦੇ ਨਾਲ, ਪਰ ਵਰਕਰ ਨੂੰ ਪੁੱਛਣਾ ਨਾ। ਭੇਜਦੇ ਵਿਚਾਰੇ ਨੇ ਆਨ ਟਾਈਮ ਡਿਊਟੀ ਪਹੁੰਚਣਾ ਹੈ, ਸਾਰਾ ਦਿਨ ਭੇਜਦੇ ਨੇ ਕੰਮ ਕਰਨਾ ਹੈ, ਫਿਰ ਭੇਜਦੇ ਘਰ ਜਾਣਾ ਹੈ। ਹੁਣ ਸਰਦੀ ਗਰਮੀ ਲੱਗੀ ਕੌਣ ਪੁੱਛਣ ਵਾਲਾ? ਅਗਲਾ ਕਹਿੰਦਾ ਤੇਰੀ ਡਿਊਟੀ ਹੈ ਵੀ ਪੈਸੇ ਦੇਣੇ ਤੈਨੂੰ, ਅਗਲਾ ਤੇ ਗਿਣ ਕੇ ਦਿੰਦਾ ਹੈ ਪੈਸੇ। ਤੇ ਪਰ ਉਹਨੂੰ ਪੁੱਛੀਏ ਨਾ ਬਰਸਾਤ ਵਿੱਚ ਕਿਵੇਂ ਚੱਲਦਾ, ਠੱਕਾ ਵਗਦਾ ਤੇ ਕਿਵੇਂ ਚੱਲਦਾ। ਕਾਈ ਪੂਤਾ ਨਿਰਤਨਾ ਪੰਥੀ ਚਾਕਰ ਹੋਏ। ਹੁਣ ਗਰੀਬ ਬੰਦਾ ਹੈ, ਉਹਦੇ ਕੋਲ ਪੈਸੇ ਹੀ ਨਹੀਂ ਗਏ ਦਵਾ ਦਾਰੂ ਵਾਸਤੇ, ਖਾਣ ਵਾਸਤੇ, ਉੱਤੋਂ ਮੀਂਹ ਪੈ ਗਿਆ, ਰਾਹ ਰੁਕ ਗਏ, ਕਿੱਥੇ ਜਾਏਗਾ? ਹਰ ਚੀਜ਼ ਦੀ ਤਸਵੀਰ 2 ਹਿੱਸੇ ਹੁੰਦੇ ਨੇ, ਸੰਸਾਰ ਦੇ ਵੀ 2 ਹਿੱਸੇ ਨੇ। ਇਸੇ ਤਰ੍ਹਾਂ ਸਾਡੀ ਦ੍ਰਿਸ਼ਟੀਕੋਣ ਕੀ ਸਾਨੂੰ ਨਜ਼ਰ ਆਉਂਦਾ ਨਾ, ਪਰ ਦੂਜੇ ਪਾਸੇ ਕੀ ਦੂਜੇ ਨੂੰ ਨਜ਼ਰ ਆਉਂਦਾ। ਇਸੇ ਨੂੰ ਦ੍ਰਿਸ਼ਟੀਕੋਣ ਦਾ ਭੇਦ ਕਹਿੰਦੇ ਨੇ। ਜਿਹੜਾ ਸੰਤ ਹੈ ਉਹ ਇਹਨਾਂ ਦ੍ਰਿਸ਼ਟੀਕੋਣਾਂ ਤੋਂ ਉੱਚਾ ਉੱਠਿਆ ਹੁੰਦਾ ਹੈ। ਜਿਵੇਂ ਅਸੀਂ ਤੁਸੀਂ ਇੱਕ ਦੂਜੇ ਨੂੰ ਦੇਖਦੇ ਨਾ, ਸਾਡੇ ਦ੍ਰਿਸ਼ਟੀਕੋਣ ਅਲੱਗ-ਅਲੱਗ ਨੇ, ਪਰ ਸੰਤ ਦਾ, ਗੁਰੂ ਦਾ ਦ੍ਰਿਸ਼ਟੀਕੋਣ ਸਾਡੇ ਤੋਂ ਉੱਚਾ ਹੁੰਦਾ ਹੈ। ਉਹਨੂੰ ਸਭ ਦਿਸਦਾ ਹੈ, ਗੁਰੂ ਨੂੰ ਸਭ ਦਿਸਦਾ ਹੈ। ਅਤੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਇੰਨਾ ਉੱਚਾ ਉਠਾਉਂਦੇ ਨੇ ਕਿ ਤੈਨੂੰ ਸਾਹਮਣੇ ਦੇਖੇ ਨਾ, ਉੱਚਾ ਉੱਤੋਂ ਦੇਖ, ਸਾਰੇ ਸੰਸਾਰ 'ਚ ਵਰਤ ਰਿਹਾ ਹੈ। ਕਿਤੇ ਦੁਖੀ ਨੇ, ਕਿਤੇ ਸੁਖੀ ਨੇ, ਕਿਤੇ ਵਿਚਾਰੇ ਬਰਸਾਤ 'ਚ ਆਨੰਦ ਲੈ ਰਹੇ ਨੇ, ਅਤੇ ਕਿਤੇ ਬਰਸਾਤ ਦਾ ਮਾਤਮ ਮਨਾ ਰਹੇ ਨੇ। ਇੱਥੇ ਦੇ ਸੰਸਾਰ 'ਚ ਵਰਤ ਰਿਹਾ ਨਾ। ਹੁਣ ਡਾਢੇ ਲੋਕਾਂ ਨੇ ਅੱਜ ਜਿਵੇਂ ਆਖਰ ਮੀਂਹ ਦਾ ਸਾਈਨ ਪੈ ਗਿਆ, ਅਤੇ ਲਾਡੇ ਮਾਲਕਾਂ 'ਤੇ ਕਹਿਣਾ ਨਾ ਤੁਸੀਂ ਸਮੇਂ 'ਤੇ ਆਏ ਨਹੀਂ, ਪਰ ਉਸਨੂੰ ਪੁੱਛਣਾ ਕਿਵੇਂ ਪਹੁੰਚਣਾ ਨੇ। ਉਹ ਚਾਕਰ ਜੂ ਹੋਇਆ, ਨਿਰਧਨ ਜੂ ਹੋਇਆ, ਪਰ ਉਹਦੇ ਵਾਸਤੇ ਇਹ ਬਰਸਾਤ ਦੁੱਖ ਲੈ ਕੇ ਆਉਂਦੀ ਹੈ, ਅਮੀਰ ਵਾਸਤੇ ਬਰਸਾਤ ਆਨੰਦ ਲੈ ਕੇ ਆਉਂਦੀ ਹੈ। ਇਵੇਂ ਹੀ ਸਮੇਂ ਦੀ ਹਰ ਲਹਿਰ ਇੱਕ ਵਾਸਤੇ ਦੁੱਖ ਅਤੇ ਇੱਕ ਵਾਸਤੇ ਸੁੱਖ ਲੈ ਕੇ ਆਉਂਦੀ ਹੈ। ਮਹਾਰਾਜ ਕਹਿਣਗੇ, ਸੰਤ ਕਹਿੰਦਾ ਨਹੀਂ, ਮੈਨੂੰ ਕਿਹਨੂੰ ਉਲਾਮਾ ਦਈਏ? ਕਿਸੇ ਨੂੰ ਉਲਾਮਾ ਨਹੀਂ ਦੇ ਸਕਦੇ, ਕਿਉਂਕਿ ਹੁਕਮ ਤੇ ਤੇਰਾ ਵਰਤਦਾ, ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ। ਇੱਥੇ ਤੇਰਾ ਹੁਕਮ ਹੈ, ਔਰ ਇਹ ਦੁੱਖ ਸੁੱਖਾਂ ਦੇ ਨੇ, ਕਰਮ ਦੇ ਭਾਈ, ਤੇ ਕਰਮਾਂ ਦੇ ਭੋਗ ਨਤੀਜੇ ਨੇ ਭੁਗਤਣੇ ਨੇ। ਕੋਈ ਨੌਕਰ ਬਣਿਆ, ਕੋਈ ਮਾਲਕ ਬਣਿਆ, ਔਰ ਇਹ ਅੱਜ ਇਹ ਨੌਕਰ ਹੈ, ਹੋ ਸਕਦਾ ਕੱਲ੍ਹ ਉਹ ਨੌਕਰ ਬਣ ਜਾਏ, ਕੀ ਫਰਕ ਪੈਂਦਾ? ਐਸੇ ਘਰ ਹਮ ਬਹੁਤ ਵਸਾਏ। ਇਹੋ ਜਿਹੇ ਨੌਕਰਾਂ ਮਾਲਕਾਂ ਦੇ ਘਰ ਬੜੀ ਵਾਰ ਹੋਏ ਨੇ। ਆ ਪੁਰਾਣੇ ਇੱਕ ਗਾਥਾ ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਜੋ ਸਤਨਾ ਜੀ ਦੇ ਨਾਮ ਨਾਲ ਜੁੜੀ, ਇਤਿਹਾਸਕਤਾ ਦੀ ਨਹੀਂ, ਇਹ ਦਾਰਸ਼ਨਿਕ ਗਾਥਾ ਹੈ। ਵੀ ਕਸਾਈ ਦੇ ਰੂਪ 'ਚ ਕੰਮ ਕਰਦੇ ਸਨ, ਸ਼ਾਮ ਪੈ ਗਈ ਹੈ, ਇੱਕ ਗਾਹਕ ਅਮੀਰ ਆ ਗਿਆ। ਅਮੀਰ ਗਾਹਕ ਨੇ ਕਿਹਾ ਵੀ ਮੈਨੂੰ ਬੱਕਰੇ ਦਾ ਮਾਸ ਚਾਹੀਦਾ ਹੈ। ਉਹਨੇ ਕਿਹਾ ਜੀ ਹੁਣ ਤਾਂ ਮੇਰੀ ਕਸਾਈ ਪੁਣ ਦਾ ਹੱਟੀ ਤੋਂ ਜੋ ਮਾਲ ਸੀ ਵਿਕ ਗਿਆ, ਪਰ ਐਡਾ ਵੱਡਾ ਗਾਹਕ ਹੈ, ਮੋੜੇ ਕਿਵੇਂ? ਕਿਉਂਕਿ ਹਰ ਦੁਕਾਨਦਾਰ ਸੋਚ ਕਿ ਵੱਡੀ ਪਾਰਟੀ, ਵੱਡੀ ਸਾਮੀ ਮੋੜੀ ਕਿਵੇਂ, ਨਹੀਂ ਤਾਂ ਬਦਲ ਜਾਏਗਾ। ਮਨ ਸੋਚਿਆ, ਮਨਾ ਕੀ ਫਰਕ ਪੈਂਦਾ, ਰਾਤ ਹੀ ਹੈ ਨਾ, ਕੱਲ੍ਹ ਸਵੇਰੇ ਬੱਕਰਾ ਵੱਢਣਾ ਹੀ ਹੈ ਨਾ, ਇਹਦੀ ਇੱਕ ਲੱਤ ਵੱਢ ਕੇ ਨੂੰ ਦੇ ਦੇਣਾ, ਪੱਟ ਦਾ ਮਾਸ ਭੇਜ ਦੇਣਾ, ਬਾਕੀ ਨੂੰ ਮੂੰਹ ਬੰਨ੍ਹ ਦੇਣੇ, ਰੱਖ ਮੈਂ ਕਹੇਗਾ ਨਹੀਂ, ਮਰ ਵੀ ਜਾਏਗਾ, ਸਵੇਰੇ ਆਪਾਂ ਵੇਚ ਹੀ ਦੇਣਾ। ਜਦੋਂ ਹੱਥ ਟੋਕਾ ਲੈ ਕੇ ਵਧਣ ਲੱਗਾ ਨਾ ਬੱਕਰੇ ਵੱਲ, ਅਤੇ ਮਨ ਬੱਕਰੇ ਦੀ ਚੇਤਨ ਨੇ ਕਿਹਾ, ਭਾਈ ਗੱਲ ਸੁਣ, ਇਹ ਨਵੀਂ ਭਾਜੀ ਨਾ ਚੜਾ, ਨਹੀਂ ਤੇ ਕਈ ਵਾਰ ਹੋ ਚੁੱਕਾ ਤੂੰ ਬੱਕਰਾ ਅਤੇ ਮੈਂ ਕਸਾਈ, ਮੈਂ ਬੱਕਰਾ ਅਤੇ ਤੂੰ ਕਸਾਈ, ਬਣ ਗਿਆ ਆਪਣਾ ਖੇਡ ਤੇ ਪੁਰਾਣਾ ਹੈ। ਪਰ ਆਹ ਨਵੀਂ ਭਾਜੀ ਇਹ ਦੇਖ ਲਾ, ਅੱਜ ਲੱਤ ਮੇਰੀ ਤੂੰ ਵੱਢੇਗਾ, ਕੱਲ੍ਹ ਮੈਂ ਤੇਰੀ ਵੱਢਾਂਗਾ। ਇਹ ਤਾਂ ਇੱਦਾਂ ਹੀ ਚੱਲਦਾ, ਸੰਸਾਰ ਇੱਦਾਂ ਹੀ ਚੱਲਦਾ। ਕਿਉਂ ਦਿੱਤਾ ਲਈਏ ਆਪਣਾ, ਅੱਜ ਤੂੰ ਮੈਨੂੰ ਦੇਵੇਂਗਾ, ਕੱਲ੍ਹ ਲੈਣਾ ਪਏਗਾ, ਭੋਗ ਤੇ ਭੋਗਣੇ ਪੈਣੇ ਨਾ। ਯਾਦ ਰੱਖਣਾ, ਅੱਜ ਜੋ ਕੁਝ ਵੀ ਅਸੀਂ ਦਿੱਤਾ ਭੋਗ ਰਹੇ ਹਾਂ, ਦਿੱਤਾ ਲਈਏ ਆਪਣਾ, ਆਪਣੇ ਦਿੱਤਾ ਲਏ ਹਾਂ। ਕਹਿਣ ਲੱਗੇ ਨਵੀਂ ਭਾਜੀ ਨਾ ਚੜਾ, ਕਿ ਇੱਦਾਂ ਵੀ ਹੁੰਦਾ, ਕਹਿਣ ਲੱਗੇ ਇੱਦਾਂ ਹੀ ਹੋ ਰਿਹਾ ਹੈ। ਕਿਤਨੀ ਵਾਰ ਹੋਏ ਹੈ, ਤੂੰ ਕਸਾਈ ਹੈ ਤਾਂ ਮੈਂ ਬੱਕਰਾ, ਮੈਂ ਗਲ ਵੱਢਦਾ, ਅਗਲੀ ਵਾਰੀ ਤੂੰ ਗਲ ਵੱਢਦਾ, ਫਿਰ ਮੈਂ ਵੱਢਦਾ, ਫਿਰ ਤੂੰ ਵੱਢਦਾ, ਨਾ ਤੂੰ ਛੱਡਦਾ ਅਤੇ ਨਾ ਮੈਂ ਛੱਡਦਾ, ਦੋਨੋਂ ਛੁੱਟ ਨਹੀਂ। ਜਦ ਤੱਕ ਅਸੀਂ ਉੱਚੇ ਨਹੀਂ ਉਠਾਂਗੇ, ਅਸੀਂ ਇਸ ਲੈਣ ਅਤੇ ਦੇਣ ਦੇ, ਜਨਮ ਅਤੇ ਮਰਨ ਦੇ ਇਸ ਕਰਮ ਖੇਤਰ 'ਚੋਂ ਨਹੀਂ ਛੁੱਟਾਂਗੇ। ਉਹਨੇ ਟੋਕਾ ਸੁੱਟਤਾ, ਬਸ ਨਵੀਂ ਭਾਜੀ ਨਹੀਂ ਚੜਾਉਣੀ। ਯਾਦ ਰੱਖਣਾ, ਨਵੀਆਂ ਭਾਜੀਆਂ ਮੱਤ ਚੜਾਓ ਕਿਸੇ 'ਤੇ, ਇਹ ਭੁਗਤਾਨ ਕਰਨੇ ਪੈਣੇ ਨੇ। ਅੱਜ ਕਿਸ ਨੂੰ ਟਾਰਚਰ ਕਰਾਂਗੇ ਅਤੇ ਕੱਲ੍ਹ ਉਹ ਟਾਰਚਰ ਕਰੇਗਾ। ਇਸ ਕਰਕੇ ਉੱਚਾ ਦੇਖੋ, ਥੋੜ੍ਹਾ ਜਿਹਾ ਗਿਆਨ ਦ੍ਰਿਸ਼ਟੀ ਨੂੰ ਉੱਚਾ ਉਠਾ, ਦੁਆ ਦੇ ਰੂਪ ਵਿੱਚ ਦੇਖੋ। ਕੋਈ ਦੂਜਾ ਨਹੀਂ ਕਰ ਰਿਹਾ, ਸੰਤ ਭਗਤ ਕਹਿੰਦੇ ਨੇ ਥੋੜ੍ਹਾ ਉੱਚਾ ਦੇਖ, ਉਲਾਮੇ ਨਾ ਦਿਆ ਕਰ, ਜੋ ਹੋ ਰਿਹਾ ਸਿਰ ਝੁਕਾ ਕੇ ਸਵੀਕਾਰ ਕਰ ਲੈ।
तू अर्थ रहे हैं, तेरा खेड है, सारे दे विच भुगतन हारा भी तू आप है ते भुगता भी तू आप है। तू आप ही आप सब करता। आप बस बनस्पति दे विच खिड़े फुल्लां दे विच बालकां च बजुर्गां च वड्डियां च छोटियां च अमीरां च गरीबां च सब ते सब कुछ। बड़े प्यारे बचन आपने पढ़े, सब कुछ तू है मेरे प्यारे, सब कुछ ते तू है, सब कुछ तू है मेरे प्यारे, सब कुछ तू है। भगत जनां दा ध्यान फिर इन्ना गहरा टिक जाता है कि तू कर लग पैंदे ने। ते बड़ा बड़ा प्यारा तू करता, तू हुआ मुझ में रहा न हूँ, जब आपा पर का मिट गया जद देखा तद तू। आ गुरमुखा भगतां दी साखी पढ़ीए ना तो इन्ना ध्यान टिक जाता। कई बार दसते ने कि हर थां ते उहदे जिस स्वरूप नूं लीक लैंदे ने। ठीक है, ज्ञानी उन्हें गलत चंगा मंदा किस नज़र नाल देखते हैं, पर ध्यानी दे ध्यान च जो स्वरूप टिक जाता है वो हर थां ते उही नज़र आउण लग पैंदा है। आ गुरमुखां दी साखियां आले दुआले वड्डे नूं पढ़े से पता लगदा, जिन्हां ने ध्यान टिका लिया उन्हां नूं हर थां ते वो आप नज़र आउंदा है। किते दशमेश की अकाल उस्तुत नूं पढ़ के देखना, हर थां ते वो आप नज़र आउंदा है। फिर किस नूं कहीए, उलामा किस नूं दईए, माड़ा चंगा किस नूं कही नहीं। असीं सिर्फ यही कहांगे, तेरे हुक्म दे सदके आ जो कुछ हो रहा तेरे हुक्म। जरा मरा सिरत साप सब हर कै वस है। बड़ा प्यारा बचन है। जगत विच कुछ भी उहदे हुक्म तो बिना नहीं हुंदा। साडा हसना, साडा रोना, साडा जीवना, साडा मरना सब हुक्म दे विच। राग माझ की वार विच बड़ा प्यारा श्लोक है जो साड़ियाँ 5-6 वड्डियां क्रियावां की व्याख्या करता है। आपां हसदे हाँ, जिउंदे हाँ, रोंदे हाँ, बोलते हाँ, आखदे हाँ, वेखदे हाँ, इन्ना ही काम करते ना। हर कोई जी आख रहा है, कोई वेख रहा है, कोई बोल रहा है, कोई चल रहा है। बड़ा प्यारा श्लोक है। आखण, वेखण, बोलण, चलण, ये क्रियावां हर जी करदा, भावें अमीर ते भावें गरीब है, पढ़िया ते पढ़िया। आखण, वेखण, बोलण, चलण, जीवन, मरना, 6 क्रियावां हर जी करदा पिया। आखदा है, वेखदा है, बोलदा है, चलदा है, जिउंदा ते मर जांदा है। आखण, वेखण, बोलण, चलण, जीवन, मरना, तात हुक्म साज हुक्मै विच रखै, नानक सच्चा आप। सब कुछ सच्चे दे हुक्म दे। साडा आखना, साडा वेखना, साडा बोलना, साडा चलना। हुण वेखना हुक्म च है, पर की वेखदा है ये तैनूं दसदा, देख ला, तू देख। इस करके महाराज कहन लगे, कदे किना को भेददा नहीं हो, सत्य है। इसे कि गुरु नानक कहते हैं सत्य है। आ सुखमनी साहिब ते होर बहुत थावां ते महाराज ने सत का चर्चा की। आप सत किया सब सत, सत का चर्चा बहुत किया है। कहन लगे फिर हर आपे बोलै आप बुलावै, हर आपे जल थल रव रही है। वाहिगुरु जी आप ही बोलते ने। साडे बोलां दे विच ताण के दे उहदा अपना, जो ताण ना देवे ते नहीं बोल सकते। ते चेता रखना, वो ताण ना देवे ते सुन नहीं सकते। इक्को ही ताण है जिसते सदके मनुख बोलता है ते जिसते सदके मनुख सुनता है। हर आपे बोलै, हर जी दे बोलां दी ताकत दी अपनी है, ताण दा अपना है, सुनन दा ताण अपना है, बुलावण दा ताण अपना है। हर आपे जल थल रव रहीए, जलां विच थलां हर थां ते जल थल महियल पूरिया, रविया विच बना, हर थां ते आपे आप है। हर आपे मारै, हर आपे छोड़ै, आप ही मारदा आप ही छड्डदा। दशमेश दी गाथावां च एक निक्का जिक्र आंदा कि भाई जग्गा नां दा एक सेवक सी हजूर दा। महाराज दे कोल बैठदा अनपढ़ जा सीधा सादा सेवक। महाराज प्यार करते, भाई जग्गिया जल छका, भाई जग्गिया, तो जग्गे ने सारा दिन नट्ठे फिरना। जो साढ़े वर्गे सी बड़ा खिजदे सी, लै ये कल आया तो अज गुरु के अगे अगे होके बैठदा। उन्होंने कई बार दबके दुबके मारे, पर वह कित्थे सीधा सीगा। वो दबकियां दी की परवाह, फिर नठ के आके गुरु को बह जे। एक दिन साढ़े वर्गे गए, इन्ना कुटिया कि उठन जोगा ही ना रहा। अगला दिन चढ़िया, दोपहर तक हो गई, आया ही नहीं। महाराज बार बार देखते सज्जे खब्बे, सेवादार कहते जग्गा नहीं आया। कहने लगा महाराज तो सवेर का देखिया ही नहीं। कहते पता कर। 2 सेवादार के देखे जिथे उसका विश्राम टिकाणा से दिखा, सट्टां लगियां, उठन जोगा नहीं। उन्हें सहारा दे को चुक लिया। कहने लगे महाराज तेरी हालत पई है।
देखिया तो बेचारा हाए हाए करदा, तुरन तुरन जोगा खलोण जोगा नहीं, इन्ना मारिया। जग नूं कहंदे जग्गिया तैनूं किहने मारिया? कहणगा तुसां। सीधा ही राह, किहने मारिया? कहणगा तुसां। सब हैरान भी ਜਿਹੜੇ ਕੁੱਟ ਕੇ ਆਏ ਸੀ ਪਹਿਲਾਂ ਤੇ ਡਰਦੇ ਸੀ ਕਿ ਸਾਡਾ ਨਾਂ ਨਾ ਲੈ ਦੇਵੇ। ਕਹਿਣ ਲੱਗਾ ਤੁਸਾਂ ਹੀ ਮਾਰਿਆ। ਕਹਿਣ ਲੱਗੇ ਕਿਉਂ ਮਾਰਿਆ? ਕਹਿਣ ਲੱਗੇ ਮੈਥੋਂ ਕੋਈ ਭੁੱਲ ਹੋ ਗਈ ਹੋਣੀ ਤਾਂ ਤੁਸੀਂ ਮਾਰੇ। ਫਿਰ ਛੱਡ ਵੀ ਆਏ ਹੋ, ਬਚਾ ਵੀ ਤੁਸੀਂ ਆਪ ਹੀ ਲਿਆਏ ਹੋ, ਨਹੀਂ ਤਾਂ ਹੋਰ ਮਾਰ ਦਿੰਦੇ, ਮਰ ਜਾਂਦਾ। ਮਾਰਿਆ ਵੀ ਹੈ ਪਰ ਮਾਰਿਆ ਵੀ ਨਹੀਂ ਤੁਸਾਂ, ਮੈਥੋਂ ਕੋਈ ਭੁੱਲ ਹੋ ਗਈ ਹੋਣੀ ਆ। ਸਤਿਗੁਰ ਕਹਿਣਗੇ ਇਸੇ ਕਰਕੇ ਤੈਨੂੰ ਪਿਆਰ ਕਰਦੇ ਆ ਕਿ ਤੂੰ ਸਾਨੂੰ ਜਾਣਦਾ ਹੈ। ਉਹ ਗਿਆਨੀ ਨਹੀਂ ਹੈ, ਉਹ ਕਿਤਾਬਾਂ ਨਹੀਂ ਪੜ੍ਹੀਆਂ ਹੋਣੀਆਂ, ਸਾਖੀਆਂ 'ਚ ਉਹਦਾ ਬਹੁਤਾ ਜ਼ਿਕਰ ਨਹੀਂ ਗਾ, ਪਰ ਦਸ਼ਮੇਸ਼ ਦੇ ਪਿਆਰਿਆਂ 'ਚ ਉਹਦਾ ਨਾਮ ਹੈ। ਹਰ ਆਪੇ ਮਾਰੇ ਹਰ ਆਪੇ ਛੋੜੇ, ਮਨ ਹਰ ਸ਼ਰਣੀ ਪੜ ਰਹੀ ਮਨਾ ਸ਼ਰਣੀ ਪਿਆਰੋ। ਆਪੇ ਛੱਡ ਦੇਗਾ। ਦੋ ਚਾਰ ਥੱਪੜ ਮਾਰੇ, ਜਿਵੇਂ ਮਾਂ ਮਾਰਦੀ ਦੋ ਚਾਰ ਚਪੇੜਾਂ, ਫਿਰ ਬੁੱਕਲ 'ਚ ਲੈ ਲੈਂਦੀ ਹੈ। ਆਪੇ ਸ਼ਰਣੀ ਪੜ ਰਹੀ ਏ। ਪਤਾ ਕਿਉਂ? ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ। ਵਾਹਿਗੁਰੂ ਤੋਂ ਬਿਨਾਂ ਕੋਈ ਨਾ ਮਾਰ ਸਕਦਾ ਨਾ ਜੀਵਾਲ ਸਕਦਾ ਹੈ। ਮਨ ਹੋਏ ਨਿਚਿੰਦ, ਨਿਸ਼ਚਿੰਤ ਹੋ ਜਾ, ਨਿਸਲ ਹੋਏ ਰਹੀਏ, ਨਿਸਲ ਹੋ ਕੇ ਪਿਆਰ ਬਸ ਉਹਦਾ ਹੈ। ਤੇਰੇ ਹਾਂ ਤੇਰੇ ਦਿੱਤੇ ਪਏ ਬੁਰੇ ਭਲੇ ਹਮ ਥਾਰੇ। ਤੇ ਕੀ ਕਰੀਏ ਮਹਾਰਾਜ? ਫਿਰ ਸਾਨੂੰ ਕੋਈ ਜੁਗਤ ਦੇ ਦਿਓ। ਕਹਿਣ ਲੱਗੇ ਜੁਗਤ ਹੈ, ਲੈ ਲਓ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਕੀ ਕਰੀਏ? ਹਰ ਨਾਮ ਤੇ ਆਈਏ, ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ। ਬਹੁਤ ਮੇਰੀਆਂ ਬਾਣੀ ਨਹੀਂ ਪੜ੍ਹ ਸਕਦੇ, ਕੋਈ ਗੱਲ ਨਹੀਂ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਏ। ਜਨ ਨਾਨਕ ਗੁਰਮੁਖ ਹਰ ਲਹੀਏ। ਮਹਾਰਾਜ ਆਪਣਾ ਨਾਂ ਲੈ ਕੇ ਭਾਈ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਆਪ ਹੀ ਮਿਲ ਪੈਂਦਾ ਹੈ। ਗੁਰਦੇਵ ਕਿਰਪਾ ਕਰਨ ਸਾਨੂੰ ਵੀ ਆਪ ਹੀ ਮਿਲ ਪੈਣ। ਅੱਜ ਕਹਿੰਦੇ ਨੇ ਗੁਰਪੂਰੇ ਚਰਣੀ ਲਾਇਆ, ਆਪਣੇ ਚਰਣੀ ਲਾ ਕੇ ਰੱਖਣ, ਆਪ ਹੀ ਮਿਲ ਪੈਣ। ਬੁਰੇ ਭਲੇ ਹਾਂ ਜੈਸੇ ਵੀ ਆਪ ਦੇ ਹਾਂ, ਬੁਰੇ ਭਲੇ ਹਮ ਥਾਰੇ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ। ਇਤਨੇ ਕੁ ਬਚਨ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਇਹਦੇ ਨਾਲ ਹੀ ਰਾਗ ਦੀ ਪਰੰਪਰਾਵਾਂ ਵਿੱਚੋਂ ਰਾਗ ਵਡਹੰਸ ਦੀ ਸੰਪੂਰਨਤਾ ਹੁੰਦੀ ਹੈ। ਅਤੇ ਕੱਲ੍ਹ ਤੋਂ ਆਪਾਂ ਨੇ ਰਾਗ ਸੋਰਠ ਦੀ ਆਰੰਭਤਾ ਵੀ ਕਰਨੀ ਹੈ, ਕਿਉਂਕਿ ਸੋਰਠ ਵਿਸਤ੍ਰਿਤ ਰਾਗ ਹੈ ਅਤੇ ਪਿਆਰਾ ਰਾਗ ਹੈ, ਤਕਰੀਬਨ ਸਰਲ ਰਾਗ ਹੈ। ਵਡਹੰਸ ਥੋੜ੍ਹਾ ਜਿਹਾ ਫਿਲਾਸਫਿਕਲ ਰਾਗ ਸੀ, ਜਿਹਦੇ ਪਾਠ ਦਰਸ਼ਨ ਵਿਚਾਰ ਆਪਾਂ ਰਲ ਮਿਲ ਕੇ ਕੀਤੀ ਹੈ। ਕੱਲ੍ਹ ਤੋਂ ਸੁਰਠ ਕੀ ਵਿਚਾਰ ਆਰੰਭ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਆਸੀਸ ਤੇ ਪਿਆਰ ਦੇ ਨਫਤੇ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ